ਹਾਲੇਲੂਇਆ ਜੈਮ ਸੀ ਜੀ। ਜੈਮ ਸੀਦੀ ਵਾਹ ਜੀ ਆਪਾਂ ਜੈਮ ਸੀਦੀ ਹਾਲੇਲੂਇਆ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਜੀ। ਆਮੇਨ। ਪਰਮੇਸ਼ਰ ਆਪਾਂ ਨੂੰ ਸਮਾਂ ਦਿੱਤਾ ਅੱਜ ਆਪਾਂ ਬਾਈਬਲ ਸਟੱਡੀ ਕਰ ਸਕੀਏ, ਬੱਚਿਆਂ ਦੇ ਵਿੱਚੋਂ ਸਿੱਖ ਸਕੀਏ। ਔਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਜੀ ਭਜਨ ਜਬੂਰ ਸਾਮਸ 135 ਦੀਆਂ 135 ਪਹਿਲੀਆਂ 4 ਆਇਤਾਂ ਪੜ੍ਹਦੇ ਹਾਂ ਜੀ। ਠੀਕ ਹੈ। ਤੇ ਉਹਦੇ ਵਿੱਚ ਲਿਖਿਆ ਹੈ ਹਾਲੇਲੂਇਆ ਯੈਸ। ਪ੍ਰਭੂ ਦੀ ਜੈ। ਪ੍ਰਭੂ ਦੀ ਜੈ। ਹੇ ਪ੍ਰਭੂ ਦੇ ਦਾਸੋ, ਉਸ ਦੇ ਨਾਂ ਦੀ ਵਡਿਆਈ ਕਰੋ। ਹਾਲੇਲੂਇਆ। ਤੁਸੀਂ ਜੋ ਉਸ ਦੇ ਘਰ ਅੰਦਰ ਅਤੇ ਸਾਡੇ ਪਰਮੇਸ਼ਰ ਦੇ ਦਰਬਾਰ ਵਿੱਚ ਖੜੇ ਰਹਿੰਦੇ ਹੋ, ਆਮੇਨ। ਉਸ ਦੀ ਵਡਿਆਈ ਕਰੋ ਕਿਉਂਕਿ ਉਹ ਭਲਾ ਹੈ। ਤੁਸੀਂ ਉਸ ਦੇ ਗੁਣ ਗਾਓ ਹਾਲੇਲੂਇਆ ਕਿਉਂਕਿ ਉਹ ਦਿਆਲੂ ਹੈ। ਦਿਆਲੂ ਹੈ। ਉਸ ਨੇ ਯਕੂਬ ਨੂੰ ਆਪਣੇ ਲਈ ਅਤੇ ਇਸਰਾਇਲ ਨੂੰ ਆਪਣਾ ਵਿਰਸਾ ਕਰਕੇ ਚੁਣਿਆ। ਹਾਲੇਲੂਇਆ। ਖਾਸ ਹਾਲੇਲੂਇਆ। ਹਾਂਜੀ, ਮੈਂ ਜਾਣਦਾ ਹਾਂ ਕਿ ਪ੍ਰਭੂ ਮਹਾਨ ਹੈ। ਹਾਲੇਲੂਇਆ। ਉਹ ਸਭ ਦੇਵਤਿਆਂ ਤੋਂ ਉੱਚਾ ਹੈ। ਆਮੇਨ। ਹਾਲੇਲੂਇਆ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ। ਆਪ ਤੋਂ ਉੱਚਾ ਕੋਈ ਨਹੀਂ। ਪਰਮੇਸ਼ਰ ਪਿਤਾ ਆਪ ਸਭ ਤੋਂ ਉੱਚੇ ਹੋ। ਆਲਮਾਈਟੀ ਗॉड ਹੋ, ਸਰਬ ਸ਼ਕਤੀਮਾਨ ਪਰਮੇਸ਼ਰ ਹੋ ਪਰਮੇਸ਼ਰ ਪਿਤਾ। ਔਰ ਆਪ ਹੀ ਨੇ ਸਭ ਕੁਝ ਬਣਾਇਆ ਔਰ ਆਪ ਦੀ ਦਇਆ ਰਹਿਮ ਕਿਰਪਾ ਦੇ ਲਈ ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ। ਅਸੀਂ ਇਸ ਕਾਬਲ ਨਹੀਂ ਸੀ, ਸਾਡੇ ਵਿੱਚ ਕੋਈ ਇਹੋ ਜਿਹੀ ਕਾਬਲੀਅਤ ਨਹੀਂ ਸੀ, ਸਾਡੀ ਕੋਈ ਐਸੀ ਅਕਲ ਜਾਂ ਮਿਹਨਤ ਨਹੀਂ ਸੀ ਜਿਸ ਕਰਕੇ ਅਸੀਂ ਆਪ ਨੂੰ ਸਮਝਿਆ ਅਤੇ ਜਾਣਿਆ। ਇਹ ਸਿਰਫ ਤੇ ਸਿਰਫ ਆਪ ਦੀ ਸਾਡੇ 'ਤੇ ਕਿਰਪਾ ਪਰਮੇਸ਼ਰ ਪਿਤਾ। ਆਪ ਦੀ ਹੀ ਦਇਆ ਹੋਈ ਹੈ। ਆਪ ਨੇ ਹੀ ਸਾਨੂੰ ਅੰਧੇਰੇ 'ਚੋਂ ਕੱਢ ਕੇ ਸੱਚ ਨਾਲ ਜੋੜਿਆ। ਆਪ ਨੇ ਹੀ ਸਾਡੀਆਂ ਅੱਖਾਂ ਖੋਲ੍ਹੀਆਂ ਪਰਮੇਸ਼ਰ ਪਿਤਾ। ਆਪ ਦਾ ਸ਼ੁਕਰ ਕਰਦੇ ਹਾਂ ਔਰ ਆਪ ਦੇ ਇਸ ਵਚਨ ਦੇ ਲਈ ਸ਼ੁਕਰ ਕਰਦੇ ਹਾਂ। ਇਹ ਵਚਨ ਜੋ ਰੂਹ ਆ, ਜੋ ਜੀਵਨ ਆ, ਜੋ ਰੌਸ਼ਨੀ ਆ ਪਰਮੇਸ਼ਰ ਪਿਤਾ। ਇਹ ਵਚਨ ਜੋ ਦੋ ਧਾਰੀ ਤਲਵਾਰ ਹੈ ਪਰਮੇਸ਼ਰ ਪਿਤਾ। ਔਰ ਇਹ ਵਚਨ ਜੋ ਆਪ ਦਾ ਕਦੀ ਵੀ ਖਾਲੀ ਨਹੀਂ ਮੁੜਦਾ ਪਰਮੇਸ਼ਰ ਪਿਤਾ। ਆਪ ਦੇ ਇਸ ਪਵਿੱਤਰ ਮਹਾਨ ਵਚਨ ਦੇ ਲਈ ਆਪ ਦਾ ਸ਼ੁਕਰ ਕਰਦੇ ਹਾਂ ਔਰ ਆਪਣੇ ਇਸ ਵਚਨ ਨੂੰ ਆਪ ਹਮੇਸ਼ਾ ਉੱਚਾ ਰੱਖਦੇ ਹੋ ਪਰਮੇਸ਼ਰ ਪਿਤਾ। ਆਪ ਦਾ ਸ਼ੁਕਰ ਕਰਦੇ ਹਾਂ ਅਸੀਂ ਪਰਮੇਸ਼ਰ ਪਿਤਾ। ਆਪ ਦੇ ਹੀ ਦਿੱਤੇ ਹੋਏ ਵਚਨ ਦੇ ਵਿੱਚੋਂ ਜੋ ਕਿ ਪਵਿੱਤਰ ਆਤਮਾ ਦੁਆਰਾ ਲਿਖਿਆ ਗਿਆ, ਉਸ ਵਚਨ ਨੂੰ ਸਿੱਖਣ ਜਾ ਰਹੇ ਹਾਂ, ਸਮਝਣ ਜਾ ਰਹੇ ਹਾਂ ਪਰਮੇਸ਼ਰ ਪਿਤਾ। ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ ਪਰਮੇਸ਼ਰ ਪਿਤਾ। ਪਵਿੱਤਰ ਆਤਮਾ ਜੀ ਸਾਨੂੰ ਗਾਈਡ ਕਰੋ, ਲੀਡ ਕਰੋ ਕਿਉਂਕਿ ਆਪ ਹੀ ਇਸ ਵਚਨ ਦੇ ਲਿਖਾਰੇ ਹੋ। ਔਰ ਇਹ ਸਾਰੀ ਬਾਈਬਲ ਸਟੱਡੀ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ ਔਰ ਪਰਮੇਸ਼ਰ ਪਿਤਾ ਆਪ ਦੇ ਦਾਸ ਬ੍ਰਦਰ ਇਕਬਾਲ ਜੀ ਨੂੰ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ। ਇਹਨਾਂ 'ਤੇ ਆਪ ਦੀ ਦਇਆ ਰਹਿਮ ਕਿਰਪਾ ਔਰ ਇਹਨਾਂ ਦੇ ਸਾਰੇ ਪਰਿਵਾਰ ਦੇ ਖਾਨਦਾਨ 'ਤੇ ਬਣੀ ਰਹੇ ਪਰਮੇਸ਼ਰ ਪਿਤਾ। ਔਰ ਆਪ ਜੀ ਦੀ ਮਰਜ਼ੀ ਪੂਰੀ ਹੋਵੇ ਇਹਨਾਂ ਦੇ ਜੀਵਨਾਂ ਵਿੱਚ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ ਆਮੀਨ। ਜੈ ਮਸੀਹ ਦੀ ਜੀ, ਜੈ ਮਸੀਹ ਦੀ। ਹਾਂਜੀ ਜੀ ਸਰ। ਹਾਂਜੀ, ਆਪਾਂ ਜੀ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਔਰ ਆਪਾਂ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਦੀ 20ਵੇਂ ਚੈਪਟਰ 'ਤੇ ਆਪਾਂ ਪਹੁੰਚੇ ਹੋਏ ਹਾਂ। ਹਾਂਜੀ, 11 ਤੋਂ 15 ਤੇ ਸਾਡਾ ਆਖਰੀ ਹਿੱਸਾ ਰਹਿ ਗਿਆ। 11 ਤੋਂ 15 ਆਖਰੀ ਹਿੱਸਾ ਰਹਿ ਗਿਆ ਅਤੇ ਉਸ ਤੋਂ ਬਾਅਦ 2 ਚੈਪਟਰ ਹੋਰ ਰਹਿ ਗਏ। ਹਾਂਜੀ, ਹਾਲੇਲੂਇਆ। ਦਇਆ ਰਹਿਮ ਕਿਰਪਾ ਇਸੇ ਤਰ੍ਹਾਂ ਬਣੀ ਰਹੇ। ਸ਼ੁਕਰ ਕਰਦੇ ਹਾਂ ਔਰ ਤੁਸੀਂ ਸੁਣਨ ਵਾਲਾ ਸਾਡੇ ਲਈ ਦੁਆਵਾਂ ਕਰਦੇ ਰਹਿਣਾ ਤਾਂ ਕਿ ਇਹ ਅਸੀਂ ਇਸੇ ਤਰ੍ਹਾਂ ਕੰਮ ਕਰਦੇ ਰਹੀਏ ਔਰ ਬੱਚਨ ਸਿੱਖਦੇ ਰਹੀਏ ਅਤੇ ਅੱਗੇ ਪਹੁੰਚਾਉਂਦੇ ਰਹੀਏ। 2016 ਤੋਂ ਮੈਨੂੰ ਯਾਦ ਹੈ ਕਿ ਤੁਸੀਂ ਇਹ ਸਟੱਡੀ ਸ਼ੁਰੂ ਕੀਤੀ ਹੈ। ਹਾਂਜੀ, ਵਰਸ ਬਾਈ ਵਰਸ। ਹਾਂ, ਅਤੇ ਸਾਰਾ ਹੀ ਉਹਦੀ ਕਿਰਪਾ। ਸਾਰਾ ਪਵਿੱਤਰ ਆਤਮਾ ਦਾ ਬੜਾ ਸ਼ੁਕਰ ਕਰਨੇ ਆ ਜਿਹੜਾ ਇਸ ਜ਼ਿੰਦਾ ਸੁੱਚੇ ਵਚਨ ਦਾ ਲੇਖਕ ਹੈ। ਹਾਂਜੀ। ਸੋ ਪ੍ਰਕਾਸ਼ ਦੀ ਪੋਥੀ 20 ਦੀ 15 ਤੋਂ 11 ਤੋਂ 15। ਹਾਂ, 11 ਇਹ ਪਿੱਛੇ ਅਸੀਂ ਵੀ ਸਟੱਡੀ ਕਰ ਰਹੇ ਹਾਂ ਕਿ ਇਹਦੇ ਵਿੱਚ ਕੀ ਹੋਏਗਾ। ਠੀਕ ਹੈ। ਸੋ ਲਾਸਟ ਅਸਾਂ ਇਸੇ ਸਿਲਸਿਲੇ ਦੇਖਿਆ ਸੀ ਕਿ ਭਈ ਇਹ ਚਿੱਟੇ ਤਖਤ ਦੀ ਜਾਂ ਵਾਈਟ ਥਰੋਨ ਦੀ ਅਦਾਲਤ ਕਹਿ ਲਓ, ਨਿਆਂ, ਉਹ ਕਿੱਥੇ ਹੋਏਗਾ। ਅਤੇ ਅਸੀਂ ਇਹ ਦੇਖਿਆ ਸੀ ਕਿ ਪਿਤਾ ਪਰਮੇਸ਼ਵਰ ਦੇ
1000 ਸਾਲਾਂ ਤੋਂ ਬਾਅਦ ਜਦੋਂ ਕਿ ਸ਼ੈਤਾਨ ਨੂੰ ਤੇ ਉਹ ਕੌਮਾਂ ਜਿਹੜੀਆਂ ਗੋਗ ਮਗੋਗ ਜਾਂ ਜੂਜ ਮਜੂਜ ਦੇ ਚੱਕਰ 'ਚ ਆਉਣਗੀਆਂ, ਤੇ ਹਿਜ਼ਕੀਏਲ 38 ਤੇ 39 ਦੇ ਮੁਤਾਬਿਕ ਅੱਗ ਆਏਗੀ, ਉਹਨਾਂ ਨੂੰ ਭਸਮ ਕਰ ਦੇਗੀ। ਠੀਕ ਹੈ, ਉਹ ਰਾਹ ਭੁੱਲ ਕੇ ਤੇ ਉਧਰ ਜੰਗਲਾਂ 'ਚ ਟੁਰ ਜਾਣਗੇ। ਅੱਛਾ, ਤੇ ਉਹਦੇ ਬਾਅਦ ਫਿਰ ਸ਼ੈਤਾਨ ਤੇ ਉਹਦੀ ਜਿਹੜੇ ਸ਼ੈਤਾਨ 20:10 ਪ੍ਰਕਾਸ਼ ਦੀ ਪੋਥੀ 20:10 ਦੇ ਮੁਤਾਬਿਕ ਉਹ ਤੇ ਉਹਦੀ ਟੀਮ ਦੇ 2 ਮੈਂਬਰ ਤੇ ਪਹਿਲੇ ਹੀ 1000 ਸਾਲਾ ਬਾਦਸ਼ਾਹੀ ਤੋਂ ਪਹਿਲੇ ਅੱਗ ਦੀ ਝੀਲ ਵਿੱਚ, ਹੁਣ ਇਹ ਸ਼ੈਤਾਨ ਤੇ ਉਹਦੇ ਜਿਹੜੇ ਡੇਗੇ ਗਏ ਫਰਿਸ਼ਤੇ ਤੇ ਇਹ ਜਿਹੜੇ ਨੇ ਇਹ ਅੱਗ ਦੀ ਝੀਲ। ਸੋ ਅੱਗ ਦੀ ਝੀਲ ਦੇ ਮੁਤਲਕ ਅਸੀਂ ਵਿੱਚ ਟੱਚ ਕਰਦੇ ਰਹੇ ਕਿ ਇਹ ਸ਼ੈਤਾਨ, ਉਹਦੀ ਟੀਮ ਤੇ ਅਵਿਸ਼ਵਾਸੀਆਂ ਦੀ ਪਰਮਨੈਂਟ ਜਗ੍ਹਾ ਹੈ, ਇਟਰਨਲ। ਕੀ ਕਹਿੰਦੇ ਹੋ? ਸਦਾ ਦੇ ਲਈ। ਸੋ ਉਹਦੇ ਵਿੱਚ ਅਸੀਂ ਦੇਖਿਆ ਕਿ ਇਹ ਅਦਾਲਤ ਜਿਹੜੀ ਹੈ ਵਾਈਟ ਥਰੋਨ ਦੀ, ਇਹ ਸਵਰਗਾਂ ਦੇ ਨਜ਼ਰ ਆ ਰਹੀ ਹੈ, ਕਿਉਂਕਿ ਪਰਮੇਸ਼ਵਰ ਉਨੀ ਦੇਰ ਤੱਕ ਆਪਣੇ ਸਗਾਸ਼ਣ ਉੱਤੇ ਨਏ ਯਰੂਸ਼ਲਮ ਦੇ ਵਿੱਚ ਨਹੀਂ ਉਤਰੇਗਾ ਜਿੰਨੀ ਦੇਰ ਤੱਕ ਇਹ ਧਰਤੀ ਜਿਹੜੀ ਹੈ ਇਹ ਅੱਗ ਦੇ ਨਾਲ ਰੈਨੋਵੇਟ ਨਾ ਹੋ ਜਾਏ। ਕੀ ਕਹਿ ਲਓ, ਨਹੀਂ ਨਾ ਹੋ ਜਾਏ। ਹਾਂਜੀ, ਤੇ ਉਹਦੇ ਹਵਾਲੇ ਅਸੀਂ ਦੇਖ ਲਏ ਸਨ ਲਾਸਟ ਸਟੱਡੀ 'ਚ। ਠੀਕ ਹੈ, ਉਹ ਤਾਂ ਆਪਾਂ ਇਹ ਲਿਖਿਆ ਜੀ, ਧਰਤੀ ਤੇ ਸਵਰਗ ਅਲੋਪ ਹੋ ਗਏ, ਖਤਮ, ਹਾਂਜੀ, ਡਿਸਪੀਅਰ ਹੋ ਗਏ। ਹਾਂ, ਇਹ ਤਿਆਰੀਆਂ ਹੋ ਰਹੀਆਂ ਨੇ। ਉਸ ਤੋਂ ਬਾਅਦ ਫਿਰ ਨਵੀਂ ਧਰਤੀ ਬਣੇਗੀ। ਹਾਂਜੀ। ਸੋ ਅਸੀਂ ਇਹ ਦੇਖ ਰਹੇ ਹਾਂ ਕਿ ਚਿੱਟੇ ਤਖਤ ਦੀ ਨਿਆਂ ਜਦੋਂ ਹੁਣ ਸ਼ੁਰੂ ਹੋ ਗਿਆ। ਠੀਕ ਹੈ, ਯਾਨੀ ਕਿ 1000 ਸਾਲਾਂ ਬਾਅਦ ਜਿਹੜੇ ਪ੍ਰਕਾਸ਼ ਦੀ ਪੋਥੀ 20 ਦੀ 4 ਆਇਤ ਵਿੱਚ ਦੱਸਿਆ, ਪਹਿਲੀ 5 ਆਇਤਾਂ 'ਚ ਡਿਟੇਲ ਵੇਖੋ ਕਿ ਜਦੋਂ 1000 ਵਰੇ ਪੂਰੇ ਹੋ ਜਾਣਗੇ, ਫਿਰ ਇਹ ਜਿਹੜੇ ਮੁਰਦੇ ਜਾਂ ਜਿਹੜੇ ਮਰੇ ਹੋਏ ਪਾਪੀ ਨੇ, ਜਿਹੜੇ 1000 ਸਾਲਾਂ ਦੇ ਵਿੱਚ ਨਰਕਾਂ 'ਚ ਹੀ ਰਹੇ ਸਨ, ਉਹ ਹੁਣ ਉਹਨਾਂ ਨੂੰ ਹਾਜ਼ਰ ਕੀਤਾ ਜਾ ਰਿਹਾ ਹੈ ਇਸ ਅਦਾਲਤ ਅੱਗੇ। ਬਿਲਕੁਲ ਜੀ। ਸੋ ਇਹਦੇ ਮੁਤਲਕ ਹੁਣ ਅਸੀਂ ਵਾਈਟ ਥਰੋਨ ਦੇ ਮੁਤਲਕ, ਕਿਉਂਕਿ ਜਿਹੜੇ ਮਰੇ ਆ, ਮਤਲਬ ਉਹਨਾਂ ਦਾ ਸਰੀਰ ਹੀ ਮਰਿਆ ਤੇ ਰੂਹ ਤੇ ਆਤਮਾ ਤਾਂ ਜ਼ਿੰਦੀ ਹੁੰਦੀ ਆ, ਉਹਨਾਂ ਨੂੰ ਪੇਸ਼ ਕੀਤਾ ਜਾਂਦਾ। ਅੱਛਾ, ਬੜੇ ਮਜ਼ੇ ਦੀ ਗੱਲ ਹੈ ਕਿ ਪਿਛਲੀ ਵਾਰੀ ਬੜਾ ਅੱਛਾ ਸਵਾਲ, ਜਦੋਂ ਉਹਨਾਂ ਨੂੰ ਪੇਸ਼ ਕੀਤਾ ਜਾਏਗਾ ਤੇ ਉਹਨਾਂ ਨੂੰ ਵੀ ਸਰੀਰ ਮਿਲ ਜਾਣਗੇ ਇਹੋ ਜਿਹੇ ਜਿਹਦਾ ਕੀੜਾ ਨਹੀਂ ਮਰੇਗਾ ਤੇ ਜਿਹਨੂੰ ਅੱਗ ਨਹੀਂ ਸੜੇਗੀ। ਆਹ ਤੇ ਆਪਣਾ ਸੜ ਜਾਂਦਾ, ਬਹੁਤ ਤਕਲੀਫ ਹੋਏਗੀ। ਦੇਖੋ, ਇਸ ਲਈ ਕਿ ਸਰੀਰ ਦੁਖੀ ਰਹਿੰਦਾ ਹੈ, ਪ੍ਰਾਣ ਜਿਹੜੀ ਹੈ ਉਹ ਸਾਡੀ ਕੀ ਹੁੰਦੀ ਹੈ, ਉਹ ਮਹਿਸੂਸ ਕਰਦੀ ਹੈ ਤੇ ਰੂਹ ਜਾਣਦੀ ਹੈ ਕਿ ਕਾਹਦੇ ਲਈ ਆਏ ਆ। ਸੋ ਇਹ ਇੱਕ ਭਾਵੇਂ ਤੇ ਕੋਈ ਵਿਸ਼ਵਾਸੀ ਤੇ ਅਵਿਸ਼ਵਾਸੀ, ਇਹ ਜਿਹੜੀ ਆਤਮਾ ਪ੍ਰਾਣ ਮਰਨ ਤੋਂ ਬਾਅਦ ਵੀ ਹੋਸ਼ੋ ਹਵਾਸ ਵਿੱਚ, ਜਿਹੜੇ ਸਾਡੇ ਬਜ਼ੁਰਗ ਇਸ ਦੁਨੀਆ ਤੋਂ ਚਲੇ ਗਏ ਨੇ, ਉਹਨਾਂ ਨੂੰ ਆਖਰੀ ਯਾਦ ਹੈ ਸਾਡੇ ਫਲਾਣੇ ਹੈਗੇ ਨੇ, ਲੇਕਿਨ ਉਹ ਸਾਨੂੰ ਤੇ ਅਸੀਂ ਉਹਨਾਂ ਨੂੰ ਨਹੀਂ ਵੇਖ ਸਕਦੇ, ਭਾਵੇਂ ਉਹ ਉੱਤੇ ਨੇ ਤੇ ਭਾਵੇਂ ਨਰਕਾਂ 'ਚ ਨੇ। ਇਹ ਪਲੈਨਟ ਡਾਰਕ ਹੋ ਜਾਂਦਾ। ਸੋ ਅੱਜ ਇਹ ਦੇਖਣਾ ਹੈ ਕਿ ਬਈ ਇਹ ਇੰਨੀ ਗੱਲਬਾਤ ਇਹਦੀ ਚਿੱਟੇ ਤਖਤ ਦੀ ਹੋ ਰਹੀ, ਇਹਦਾ ਮਕਸਦ ਕੀ ਹੈ, ਬਈ ਕਿਉਂ ਇਹ ਸਾਰਾ ਕੁਝ ਹੋ ਰਿਹਾ ਹੈ ਨਾ। ਤੇ ਕੀ ਕਹ ਲਓ, ਪਰਪਸ ਆਫ ਜਜਮੈਂਟ, ਦਾ ਪਰਪਸ ਆਫ ਜਜਮੈਂਟ ਹੈ ਨਾ। ਨੰਬਰ 1 ਕਿ ਹਰ ਇਨਸਾਨ ਨੂੰ ਇਸ ਤੋਂ ਪਹਿਲੇ ਕਿ ਉਹ ਮੁਜਰਮ ਠਹਿਰਾਇਆ ਜਾਏ ਤੇ ਉਹਦਾ ਟਰਾਇਲ ਹੋਣਾ ਬੜਾ ਜ਼ਰੂਰੀ ਹੈ। ਜਿਸ ਤਰੀਕੇ ਨਾਲ ਇਸ ਦੁਨੀਆ ਦੇ ਵਿੱਚ ਦੋਸ਼ ਲੱਗ ਜਾਂਦੇ ਨੇ ਕਈਆਂ ਤੇ ਫਿਰ ਟਰਾਇਲ ਹੁੰਦਾ ਹੈ, ਟਰਾਇਲਸ ਦੇ ਵਿੱਚ ਉਹ ਫਿਰ ਪ੍ਰੂਵ ਹੁੰਦਾ ਹੈ ਕਿ ਵਾਕਈ ਇਹ ਮੁਜਰਮ ਹੈਗਾ ਕਿ ਨਹੀਂ। ਮੁਜਰਮ ਲਫ਼ਜ਼ ਠੀਕ ਹੈ? ਹਾਂਜੀ, ਠੀਕ ਹੈ। ਯਾਨੀ ਕਿ ਇੱਥੇ ਕੀ ਹੋਏਗਾ, ਉਹਨਾਂ ਦੀ ਜਿਹੜੀ ਪ੍ਰਾਣ ਜਿਹੜੀ ਨਾਸ਼ ਹੋਣ ਵਾਲੀ ਹੈ, ਜਿਸ ਨਾਲ ਆਤਮਾ ਤੇ ਪ੍ਰਾਣ ਕੀ ਕਹਿੰਦੇ ਨਾਸ਼ਵਾਨ। ਹਾਂਜੀ, ਇਹਦਾ ਥੋੜਾ ਜਿਹਾ ਦੱਸਣਾ, ਮੇਰੇ ਕੋਲ ਗਲਤੀ ਹੋ ਜਾਂਦੀ ਹੈ। ਉਸ ਤੋਂ ਪਹਿਲਾਂ ਮੈਂ ਥੋੜੀ ਹੋਰ ਗੱਲ ਜੀ ਥੋੜੀ ਜਿਹੀ ਕਲੀਅਰ ਕਰਨਾ ਚਾਹੁੰਦਾ। ਤੇ ਜਿਹੜਾ ਤਖਤ ਦੀ ਗੱਲ, ਜਿੱਦਾਂ ਕਿ ਜੇ ਉਹ ਅਦਾਲਤ ਹੁੰਦੀ ਮੁਜਰਮ ਹੈ ਜਾਂ ਨਹੀਂ ਹੈ ਜੀ, ਇਹ ਜਿਹੜੀ ਤਖਤ ਦੀ ਅਦਾਲਤ ਹੈ, ਇਹ ਆਲਰੇਡੀ ਠਹਿਰਾਏ ਗਏ ਆ, ਇਹ ਪਾਪੀ ਆ,
ਜੀ ਇਹਦੇ ਵਿੱਚ ਇਹ ਨਹੀਂ ਇਹ ਹੋਣੀ ਹੈਗੀ ਚਿੱਟੇ ਤਖਤ ਦੀ ਦਲ ਦੇ ਵਿੱਚ ਕਿ ਇਹ ਪਾਪੀ ਆ ਜਾਂ ਧਰਮੀ ਆ, ਇਸ ਗੱਲ ਦਾ ਨਹੀਂ ਨਿਆਂ ਹੋਣਾ। ਲੇਕਿਨ ਉਹਨਾਂ ਦੇ ਇਹ ਬੜੀ ਅੱਛਾ ਹੈ, ਚਲੋ ਇਹਨੂੰ ਮੈਂ ਅੱਗੇ ਬਿਆਨ ਕਰਦਾ। ਉਹਨਾਂ ਦੇ ਪਾਪਾਂ ਦੇ ਲਿਹਾਜ਼ ਨਾਲ ਐਗਜ਼ੈਕਟਲੀ ਜਦੋਂ ਅਸੀਂ ਇਹ ਆਇਤਾਂ ਪੜ੍ਹਨੇ ਆ ਨਾ, ਤੇ ਇਹਦੇ ਵਿੱਚ ਲਿਖਿਆ ਹੈ ਕਿ ਉਹਨਾਂ ਦੇ ਕੰਮਾਂ ਦੇ ਮੁਤਾਬਿਕ ਇਹਨਾਂ ਦਾ ਛੋਟੇ ਵੱਡਿਆਂ ਦਾ, ਛੋਟੇ ਵੱਡਾ ਜਿਹੜਾ ਲਿਖਿਆ ਨਾ ਉਹ ਰੈਂਕਸ ਦੀ ਗੱਲ ਹੋ ਰਹੀ ਹੈ, ਕੋਈ ਅਮੀਰ ਹੈ ਕੋਈ ਗਰੀਬ ਹੈ, ਲੇਕਿਨ ਹੈ ਪਾਪੀ ਹੈ। ਜਿਹੜੇ ਚਿੱਟੇ ਤਖਤ ਦੇ ਸਾਹਮਣੇ ਆ ਗਏ ਉਹਨਾਂ ਜਾਣਾ ਸਭ ਦੇ ਨਰਕ ਵਿੱਚ ਹੀ ਆ, ਨਰਕ ਵਿੱਚੋਂ ਕੱਢ ਕੇ ਅੱਗ ਦੀ ਝੀਲ ਹੋ ਜਾਣਾ। ਹਾਂਜੀ, ਅੱਗ ਦੀ ਝੀਲ ਨਰਕ ਕਹਿ ਲਓ ਜਾਣਾ। ਲੇਕਿਨ ਰੱਬ ਜਿਹੜਾ ਹੈ ਉਹ ਇਨਸਾਫ ਕਰਨ ਵਾਲਾ ਹੈ। ਹਾਂ, ਉਹ ਪੇਸ਼ ਕੀਤੇ ਜਾਣਗੇ। ਅੱਛਾ, ਹੁਣ ਇਹਦਾ ਇਹ ਵੇ ਕਿ ਇਹਦਾ ਮਕਸਦ ਨੰਬਰ 1 ਹੈ ਕਿ ਉਹਨਾਂ ਨੂੰ ਉਹਨਾਂ ਦੇ ਅਸਲੀ ਟਿਕਾਣੇ ਉੱਤੇ ਪਹੁੰਚਾਉਣ ਦੇ ਲਈ ਉਹਨਾਂ ਦਾ ਟਰਾਇਲ ਨੰਬਰ 1 ਕਰਨਾ ਹੀ ਪੈਣਾ ਹੈ। ਅੱਛਾ, ਨੰਬਰ 2 ਇਹ ਜਿਹੜੇ ਉਹਨਾਂ ਦੇ ਗੁਪਤ ਪੁਸ਼ੀਦਾ ਹਿਡਨ ਜਿਹੜੀਆਂ ਗੱਲਾਂ ਨੇ, ਹਾਂਜੀ, ਜੋ ਉਹ ਕਰਦੇ ਰਹੇ ਜਿਨ੍ਹਾਂ ਦਾ ਕਿਸੇ ਨੂੰ ਵੀ ਨਹੀਂ ਪਤਾ। ਰੋਮੀਓ 2:16 ਦੇ ਮੁਤਾਬਿਕ ਉਹ ਉਹਨਾਂ ਦਾ ਇਹ ਚੀਜ਼ਾਂ ਸਾਹਮਣੇ ਆਉਣਗੀਆਂ। ਠੀਕ ਹੈ, ਅਸੀਂ ਇਹ ਦੇਖ ਰਹੇ ਹਾਂ ਕਿ ਮਕਸਦ ਕੀ ਹੈ। ਤੇ 2:16 'ਚ ਪੜ੍ਹ ਦਿਓ ਜ਼ਰਾ ਥੋੜ੍ਹਾ ਜਿਹਾ, ਰੋਮੀਓ 2:16 'ਚ। ਇਹ ਹਰ ਗੁਪਤ ਵਿੱਚ ਕੀਤੀ ਗਈ ਗੱਲ ਵੀ ਉਹ ਨਿਆਂ ਵਾਲੇ ਦਿਨ ਸਾਹਮਣੇ ਆ ਜਾਏਗੀ, ਹੈ ਨਾ। ਸੋ ਅੱਛਾ, ਇਹ ਵੀ ਗੱਲ ਹੈ, ਇਹ ਜਿਹੜਾ ਪਰਮੇਸ਼ਵਰ ਦਾ ਨਿਆਂ ਹੈ ਨਾ, ਇਹ ਬਲੀਵਰਸ ਦੀ ਵੀ ਜੱਜਮੈਂਟ ਹੋਣੀ ਹੈ, ਉਹਦੇ ਵਿੱਚ ਵੀ ਇਹ ਚੀਜ਼ਾਂ ਕਾਊਂਟ ਹੋਣੀਆਂ ਨੇ। ਲੇਕਿਨ ਚੂੰਕਿ ਉਹ ਯਿਸੂ ਦੇ ਲਹੂ ਨਾਲ ਧੁਲ ਗਏ ਨੇ, ਇਸ ਲਈ ਉਹ ਨਰਕਾਂ 'ਚ ਤੇ ਨਹੀਂ, ਲੇਕਿਨ ਉਹਦਾ ਅਸਰ ਕਿਹਦੇ ਤੇ ਪਏਗਾ? ਰਿਵਾਰਡਸ ਤੇ। ਹਾਂਜੀ, ਆਹੋ, ਰਿਵਾਰਡ ਸਾਡੇ ਇਨਾਮ ਤੇ, ਜਿੱਦਾਂ ਨਾ, ਹਾਂ, ਜਿਹੜਾ ਸਾਨੂੰ ਇਨਾਮ ਹੋਣਾ। ਜੀ ਹਾਂਜੀ, ਆਪਾਂ ਜੀ ਰੋਮੀਆਂ 2:16 ਕਿਹਾ ਸੀ, 2:16 ਪੜ੍ਹ ਦਿਓ ਕਿ ਇਹ ਗੁਪਤ ਗੱਲਾਂ ਦਾ ਵੀ ਜਿਹੜੀਆਂ ਕਿਸੇ ਨੂੰ ਨਹੀਂ ਪਤਾ। ਹਾਂਜੀ, ਇਹ ਲਿਖਿਆ ਜੀ ਰੋਮੀਆਂ 2:16 ਦੇ ਵਿੱਚ, ਇਹ ਮਕਸਦ ਹੈ ਇਸ ਅਦਾਲਤ ਦਾ ਹੋਣਾ ਜੀ। ਇਹ ਇਸ ਸਭ ਸ਼ੁਭ ਸਮਾਚਾਰ ਦੇ ਅਨੁਸਾਰ ਜਿਸ ਦਾ ਮੈਂ ਪ੍ਰਚਾਰ ਕਰ ਰਿਹਾ ਹਾਂ। ਰੋਮੀਆਂ 2:16 ਜੀ ਜੀ। ਹਾਂਜੀ, ਇਹ ਸਭ ਸ਼ੁਭ ਸਮਾਚਾਰ ਦੇ ਅਨੁਸਾਰ ਜਿਸ ਦਾ ਮੈਂ ਪ੍ਰਚਾਰ ਕਰ ਰਿਹਾ ਹਾਂ, ਉਸ ਦਿਨ ਹੋਵੇਗਾ ਜਦੋਂ ਪਰਮੇਸ਼ਰ ਯਿਸੂ ਦੇ ਦੁਆਰਾ ਆਦਮੀਆਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ। ਠੀਕ ਹੈ, ਫਿਰ ਇਹ ਦੂਸਰਾ ਪੁਆਇੰਟ ਹੈ ਗੁਪਤ ਗੱਲਾਂ ਦਾ, ਇਹਦੀ ਜਿਹੜੀ ਇਹ ਪਰਪਸ। ਤੀਸਰਾ, ਹਰ ਨਕੰਮੀ ਗੱਲ ਜਿਹੜੀ ਉਹ ਇਸ ਜਿਉਂਦਿਆਂ ਆਪਣੀ ਜ਼ਿੰਦਗੀ 'ਚ ਕਰਦੇ ਰਹੇ ਨੇ। ਮਤੀ 12:36 ਦੇ ਵਿੱਚ ਲਿਖਿਆ ਹੈ, ਮੈਥਿਊ ਚੈਪਟਰ 12 ਵਰਸ 36 ਦੇ ਵਿੱਚ। ਇਹ ਤੀਸਰੀ ਗੱਲ ਹੈ ਕਿ ਇਹ ਇੱਕ ਕ੍ਰਾਈਟੇਰੀਆ ਹੋਣਾ ਹੈ ਨਾ, ਜਿਹਦੇ ਤੇ ਉਹਨਾਂ ਕੀ ਟਰਾਇਲ ਹੋਣੇ ਨੇ, ਇੱਕ ਲਿਸਟ ਹੈ। ਠੀਕ ਹੈ, ਸੋ ਚੌਥੀ ਗੱਲ ਇਹ ਹੈ ਕਿ ਜਿਹੜੇ ਉਹਨਾਂ ਦੇ ਕੰਮ ਨੇ, ਹੈ ਨਾ, ਸੋਚਾਂ ਨੇ। ਇਹ ਵੀ ਪੜ੍ਹਦੀ ਹੈ ਜੀ ਬੱਚੇ ਦੀ। ਇਹ ਤੇ ਹੈ ਬਹੁਤ ਸਿੱਖਣ ਵਾਲੀ ਚੀਜ਼ਾਂ ਵੀ ਪਤਾ ਨਾਲ ਹੋ ਜਾਣਾ, ਕਿਉਂਕਿ ਆਪਾਂ ਨੂੰ ਕਾਹਲੀ ਕੋਈ ਨਹੀਂ ਹੈਗੀ ਜੀ। ਕਾਲੀ ਹੁੰਦੀ ਤੇ 2016 'ਚ ਹੀ ਮੁੱਕ ਜਾਂਦਾ। ਇਹਦੇ ਵਿੱਚ ਲਿਖਿਆ ਹੈ ਕਿਉਂਕਿ ਸਿੱਖਣਾ ਜਿੰਨਾ ਵਾਰ-ਵਾਰ ਬੱਚੇ ਨੂੰ ਸਿੱਖੀਏ ਉਨਾ ਹੀ ਯਾਦ ਚੰਗਾ ਰਹਿੰਦਾ, ਤੇ ਆਪਣੇ ਆਪ ਨੂੰ ਹੁਸ਼ਿਆਰ ਕਰੀਏ, ਦੂਜਿਆਂ ਨੂੰ ਵੀ ਕਰੀਏ ਕਿ ਬਈ ਆਹ ਤੇ ਕੰਮ ਹੋਣੇ ਹੀ ਹੋਣੇ। ਹਾਂ, ਇਹਦੇ ਵਿੱਚ ਲਿਖਿਆ ਹਾਲੇਲੂਇਆ। ਮੱਤੀ 12:36 ਦੇ ਵਿੱਚ ਲਿਖਿਆ ਹੈ ਜੀ। ਕੌਣ ਕਹਿ ਰਹੇ ਨੇ? ਇਹ ਯਿਸੂ ਮਸੀਹ ਕਹਿ ਰਿਹਾ ਹੈ। ਕਹਿੰਦੇ, ਮੈਂ ਤੁਹਾਨੂੰ ਦੱਸਦਾ ਹਾਂ ਕਿ ਨਿਆਂ ਵਾਲੇ ਦਿਨ ਹਰ ਆਦਮੀ ਦੇ ਆਪਣੇ ਮੂੰਹ ਵਿੱਚੋਂ ਨਿਕਲੇ ਹਰ ਇੱਕ ਬੁਰੇ ਸ਼ਬਦ ਦਾ ਹਿਸਾਬ ਦੇਣਾ ਪਵੇਗਾ। ਇਹ ਵੀ ਇੱਕ ਮੂੰਹ ਚੋਂ ਨਿਕਲਿਆ ਹੈ ਇੱਕ ਸ਼ਬਦ ਦਾ ਹਿਸਾਬ ਦੇਣਾ ਪਵੇਗਾ। ਇਹਦਾ ਮਤਲਬ ਇਹ ਜੋ ਬੋਲਨੇ ਆ ਨਾ, ਇਹ ਜ਼ਾਇਆ ਨਹੀਂ ਜਾਂਦੇ, ਇਹ ਇੱਥੇ ਹੀ ਰਹਿੰਦੇ। ਅੱਛਾ, ਸੋ ਅੱਗੇ ਉਹਨਾਂ ਦੇ ਕੰਮਾਂ ਦਾ ਜਿਹੜਾ ਉਹਨਾਂ ਸਰੀਰਿਕ ਕੀਤੇ ਹੋਣੇ ਨੇ, ਸੋਚਾਂ ਦਾ, ਭੈੜੀ ਸੋਚਾਂ ਦਾ, ਮਨਸੂਬਿਆਂ ਦਾ, ਹੈ ਨਾ, ਉਹਦੇ ਲਈ ਕੁਛ ਆਇਤਾਂ ਲਿਖ ਲਓ ਪਲੀਜ਼। ਫਸਟ ਮਿਥੀ ਚੈਪਟਰ 5 ਵਰਸ 24, ਤੁਸੀਂ ਪੰਜਾਬੀ ਪਹਿਲਾ ਤਿਮੋਥੀ 5:24। ਸੋ ਸੈਕੰਡ ਜਿਹੜਾ ਉਹ ਲਿਖ ਲਓ, ਦੂਸਰਾ ਇਹਦਾ ਰੈਫਰੈਂਸ 1 ਪੀਟਰ ਚੈਪਟਰ 1 ਵਰਸ 17।
ਪਹਿਲਾ ਪੱਤਰ 1 ਦੀ 17 ਹਾਂਜੀ ਸੋ ਰੈਵਲੇਸ਼ਨ ਚੈਪਟਰ 20 ਵਰਸ 12 ਐਂਡ 13। ਪ੍ਰਕਾਸ਼ ਦੀ ਪੋਥੀ 20 ਦਾ 12 13 ਹਾਂ, ਇਹ ਜਿਹੜਾ ਨਾ ਇਹਦੇ ਵਿੱਚ ਕਲੀਅਰ ਦੱਸਿਆ ਹੈ। ਅੱਗੋਂ ਜਿੱਥੇ ਵੀ ਤੁਹਾਡਾ ਦਿਲ ਕਰਦਾ ਹੈ, ਜਦੋਂ ਕਰਦਾ ਉਦੋਂ ਬੰਦਾ ਪੜ੍ਹ ਸਕਦਾ ਹੈਗਾ ਇਹਨਾਂ ਵਿੱਚੋਂ ਕੋਈ। ਹਾਂਜੀ, ਬਾਕੀ ਮੈਨੂੰ ਇੱਕ ਹੋਰ ਵੀ ਯਿਸੂ ਦੀ ਜੀ ਆਇਤ ਯਾਦ ਆ ਗਈ। ਉਹਦੇ ਵਿੱਚ ਕਿਹਾ ਆ ਜੱਜਮੈਂਟ ਦੇ ਬਾਰੇ, ਕਹਿੰਦਾ ਜਿਸ ਪੈਮਾਨੇ ਦੇ ਨਾਲ ਤੁਸੀਂ ਦੂਸਰਿਆਂ ਨੂੰ ਮਿਣਦੇ ਆ, ਤੋਲਦੇ ਆ, ਜੱਜ ਕਰਦੇ ਆ, ਉਹੀ ਤੁਹਾਡੇ 'ਤੇ ਵੀ ਲਾਗੂ ਹੋਣਾ। ਜ਼ਾਹਿਰ ਹਾਂਜੀ ਬਿਲਕੁਲ, ਇਹ ਵੀ ਇਹਨਾਂ ਵਰਸਿਸ ਵਿੱਚ ਹੈਗਾ। ਹਾਂ ਠੀਕ ਹੈ ਨਾ। ਹਾਂਜੀ ਹਾਂਜੀ ਹਾਂ, ਤੇ ਇਹ ਸੀ ਸਾਡੀ ਕਿ ਇਹ ਕੀ ਸੀ ਕਿ ਇਹਦਾ ਮਕਸਦ। ਹਾਂ ਹਾਂ ਠੀਕ ਹੈ, ਇਸ ਅਦਾਲਤ ਦਾ ਮਕਸਦ ਜਾਂ ਪਰਪਸ ਕੀ। ਦੂਸਰਾ ਹੈਡਿੰਗ ਹੈਗਾ ਇਹਦੇ ਵਿੱਚ ਜੀ, ਚੂੰਕਿ ਨਿਆਂ ਹੋ ਰਿਹਾ ਤੇ ਇਸ ਚੀਜ਼ ਨੂੰ ਖੋਲੀਏ ਕਿ ਕਾਹਦਾ ਹੋਣਾ ਹੈ। ਸੋ ਦੂਜਾ ਇਹ ਜਿਹੜਾ ਹੈ, ਅਦਾਲਤ ਦੀ ਬੁਨਿਆਦ ਨਹੀਂ ਹੁੰਦੀ, ਯਾਨੀ ਉਹਨੂੰ ਬੇਸ ਫਾਊਂਡੇਸ਼ਨ। ਹਾਂਜੀ, ਬੇਸ ਕੀ ਹੈ, ਕਾਹਦੇ ਤੇ ਹੈ ਨਾ ਬੇਸ ਹੈ। ਇਹ ਇਸ ਤਰ੍ਹਾਂ ਹੋਣੀ ਹੈ ਕਿ ਹੁਣ ਦੇਖੋ ਨਾ, ਜਦੋਂ ਅਸੀਂ ਕਹਿੰਦੇ ਆ ਕਿ ਇਹ ਜਿਹੜਾ ਨਾ ਆਤਮਾ ਦੇ ਵਿੱਚ ਹੁੰਦੀ ਹੈ, ਕੀ ਹੁੰਦੀ ਹੈ, ਵਿਵੇਕ ਹੁੰਦਾ ਹੈ। ਹਾਂਜੀ ਹਾਂਜੀ। ਸੋ ਪਹਿਲੀ ਚੀਜ਼ ਕਿ ਇਹਦਾ ਮਤਲਬ ਆਤਮਾ। ਪ੍ਰਭੂ ਯਿਸੂ ਨੇ ਇੱਕ ਜਗ੍ਹਾ ਕਿਹਾ ਸੀ, ਯਾਰ ਉਹਨਾਂ ਕੋਲੋਂ ਨਾ ਡਰੋ ਜਿਹੜਾ ਸਰੀਰ ਨੂੰ ਕਤਲ ਕਰਦੇ ਨੇ, ਉਹਦੇ ਕੋਲੋਂ ਡਰੋ ਜਿਹੜਾ ਪ੍ਰਾਣ ਸਰੀਰ ਤੇ ਆਤਮਾ ਦੋਵਾਂ ਨੂੰ ਨਰਕਾਂ 'ਚ ਸੁੱਟ ਸਕਦਾ। ਹਾਂ, ਮਤਲਬ ਰੂਹ ਮਾਰ ਸਕਦਾ। ਹਾਂ ਹਾਂ, ਰੂਹ ਤੇ ਜਿਸਮ। ਹਾਂ ਹਾਂ, ਜਿਸਮ ਤਾਂ ਇੱਥੇ ਸੜ ਜਾਣਾ ਨਾ। ਹਾਂ ਹਾਂਜੀ ਹਾਂਜੀ। ਨਹੀਂ, ਦੁਨੀਆ 'ਚ ਕਹਿ ਰਿਹਾ ਯਾਰ ਤੁਸੀਂ ਡਰਦੇ ਫਿਰ ਰਹੇ ਹੋ ਤੇ ਤੁਸੀਂ ਨਾ ਡਰੋ, ਉਹਦੇ ਕੋਲ ਡਰੋ ਜਿਹਦੇ ਕੋਲ ਅਖਤਿਆਰ ਹੈ ਹਾਂਜੀ ਹਾਂਜੀ ਕਿ ਤੁਹਾਨੂੰ ਤੇ ਤੁਹਾਡੀ ਆਤਮਾ ਨੂੰ ਵੀ ਉੱਥੇ ਸੁੱਟ ਸਕਦਾ। ਠੀਕ ਹੈ। ਹਾਂਜੀ। ਅੱਛਾ, ਹੁਣ ਇਹ ਜਿਹੜੀ ਨੰਬਰ ਇੱਕ ਚੀਜ਼ ਕਿ ਉਹ ਇਹ ਧਰਮੀਆਂ ਦਾ ਤੇ ਦੂਜਿਆਂ ਦਾ ਵੀ ਹਿਸਾਬ ਉਹਦੇ ਵਿਵੇਕ ਨਾਲ ਹੋਏਗਾ। ਠੀਕ ਹੈ। ਰੋਮੀਓ 2 ਦੀ 12 ਤੋਂ 16 ਦੇ ਵਿੱਚ ਨਾ ਇਹ ਮੇਨ ਹਵਾਲਾ ਹੈ। ਸੋ ਇਹ ਅਦਾਲਤ ਦੀ ਬੁਨਿਆਦ ਕੀ ਹੈ। ਨੰਬਰ 1, ਜ਼ਮੀਰ ਦਾ ਖਾਤਾ ਆ ਜਾਣਾ ਸਾਹਮਣੇ। ਠੀਕ ਹੈ। ਇਹ ਪਰ ਜਿਸ ਤਰ੍ਹਾਂ ਅਸੀਂ ਦੇਖਿਆ ਸੀ, ਬਲੈਕ ਬਾਕਸ ਹੈ ਜੋ ਕਹਾਵਤਾਂ ਕੀ ਸੀ 27 ਦੀ 20 ਸੀ। ਹਾਂਜੀ ਹਾਂਜੀ, ਕਹਾਵਤਾਂ 27 ਦੀ 20 'ਚ ਇਹ ਹਾਂਜੀ 27 ਦੀ 20 ਜੀ, ਕਹਾਵਤਾਂ 27 ਦੀ ਜੀ, ਕਹਾਵਤਾਂ 27 ਦੀ 20 ਕੀ ਸੀ ਜਾਂ 20 ਦੀ 27 ਸੀ, ਸੌਰੀ। ਹਾਂ ਓਕੇ ਜੀ, 20 ਦੀ 27 ਸੌਰੀ। ਓਕੇ ਜੀ, 20 ਦੀ 27 ਵਿੱਚ ਲਿਖਿਆ, ਮਨੁੱਖ ਦੀ ਆਤਮਾ ਪ੍ਰਭੂ ਦਾ ਦੀਵਾ ਹੈ। ਹਾਂ, ਜਿਸ ਨਾਲ ਸਾਡੇ ਅੰਦਰ ਦਾ ਸਭ ਵਿਚਾਰ। ਸੋ ਇਹ ਵਿਵੇਕ ਦੇ ਵਿੱਚ ਸਾਰਾ ਕੁਝ ਰਿਕਾਰਡ ਹੈਗਾ ਜੀ। ਇਹ ਪਾਪੀਆਂ ਦਾ ਤੇ ਖਾਤਾ ਉੱਥੇ ਹੀ ਤੇ ਦੂਜਿਆਂ ਦਾ ਵੀ ਇਹਦੇ ਤੋਂ ਹੀ ਹੋਣਾ ਹੈ, ਸਾਰਿਆਂ ਨੂੰ ਵਿਵੇਕ। ਦੂਸਰਾ ਇਹ ਵੇ ਕਿ ਅਸੀਂ ਦੇਖ ਰਹੇ ਹਾਂ ਇਹਦੀ ਬੇਸ ਕੀ ਹੋਣੀ ਹੈ ਇਸ ਅਦਾਲਤ ਦੀ। ਉਹ ਜਿਨ੍ਹਾਂ ਨੂੰ ਤੇ ਲਾਅ ਮਿਲਿਆ, ਜਿਹੜਾ ਪਰਮੇਸ਼ਵਰ ਨੇ ਉਹਨਾਂ ਨੂੰ ਦਿੱਤਾ ਹੈ ਨੇਮ, ਮੋਜ਼ਿਸ ਲਾਅ ਦੇ ਮੁਤਾਬਿਕ ਉਹਨਾਂ ਦਾ ਉਹਦੇ ਮੁਤਾਬਿਕ ਹਿਸਾਬ ਕਿਤਾਬ ਹੋਣਾ ਹੈ। ਇਹ ਪ੍ਰਕਾਸ਼ ਦੀ ਇਹ ਮੇਨ ਨੇ ਜਿਹੜੀ ਰੋਮੀਓ 12 ਦੀ 12 ਤੋਂ 16 ਦੇ ਵਿੱਚ, ਇਹ ਵੀ ਹਰ ਇੱਕ ਦੇ ਨਾਲ ਚੱਲੇਗੀ। ਠੀਕ ਹੈ। 12 ਤੋਂ 16 ਕਿਹੜੀ ਦੀ? ਰੋਮੀਆ ਇਹ ਹਰ ਇੱਕ ਦੇ ਨਾਲ ਚੱਲੇਗੀ। ਇਹਦੇ ਵਿੱਚ ਦੱਸਿਆ ਕਿ ਜਿਨ੍ਹਾਂ ਕੋਲ ਸ਼ਰੀਅਤ ਸੀ ਉਹਨਾਂ ਦਾ ਸ਼ਰੀਅਤ ਦੇ ਮੁਤਾਬਿਕ ਹੈ ਨਾ, ਤੇ ਜਿਨ੍ਹਾਂ ਕੋਲ ਨਹੀਂ ਉਹਨਾਂ ਦਾ ਵੀ ਵਿਵੇਕ ਦੇ ਮੁਤਾਬਿਕ ਹੋਏਗਾ। ਸੋ ਰੈਵਲੇਸ਼ਨ 20 ਦੀ ਰੈਵਲੇਸ਼ਨ ਚੈਪਟਰ 20 ਵਰਸ 11 to 15। ਠੀਕ ਹੈ। ਇਹ ਉਹਦਾ ਜੀ, ਪ੍ਰਕਾਸ਼ ਦੀ ਪੋਥੀ 20 ਦੀ 11 ਤੋਂ 15। ਹਾਂਜੀ ਜੀ। ਤੀਸਰਾ ਜਿਹੜਾ ਹੈਗਾ ਕਿ ਇਹਦਾ ਬੁਨਿਆਦ ਕੀ ਹੋਣੀ ਹੈ, ਗੋਸਪਲ, ਸ਼ੁਭ ਸਮਾਚਾਰ। ਅੱਛਾ, ਹੁਣ ਇਹਦੇ ਵਿੱਚ ਇਹ ਗੱਲ ਹੈ ਕਿ ਜਦੋਂ ਅਸੀਂ ਕਹਿ ਰਹੇ ਹਾਂ ਕਿ ਉਹਨਾਂ ਦਾ ਟਰਾਇਲ ਹੋਣਾ, ਉਹ ਪੇਸ਼ ਕੀਤੇ ਜਾਣਗੇ ਔਰ ਟਰਾਇਲ ਦੇ ਵਿੱਚ ਜੱਜ ਪ੍ਰਭੂ ਯਿਸੂ ਮਸੀਹ, ਪਿਤਾ ਤੇ ਪ੍ਰਭੂ ਯਿਸੂ ਮਸੀਹ, ਤੇ ਮੁਜਰਮ ਖਲੋਤਾ ਹੈ
ਤੇ ਫਿਰ ਉਹ ਕੋਈ ਗਵਾਹ ਹੋਣਗੇ ਤੇ ਉਹਨਾਂ ਤੇ ਇਹ ਚੀਜ਼ ਸਾਬਤ ਹੋਏਗੀ। ਸੋ ਸਭ ਤੋਂ ਪਹਿਲੇ ਇਹ ਬੜੀ ਇੰਪੋਰਟੈਂਟ ਗੱਲ ਹੈ, ਸਭ ਤੋਂ ਪਹਿਲੇ ਪ੍ਰਭੂ ਯਿਸੂ ਨੇ ਕਿਹਾ ਜਦੋਂ ਇਹ ਜਿਹੜੇ ਵਿਸ਼ਵਾਸੀ ਪਾਪੀ ਖੜੇ ਹੋਣਗੇ ਤੇ ਪਹਿਲਾ ਗਵਾਹ ਜਿਹੜਾ ਹੈ ਮੇਰਾ ਵਚਨ ਜਿਹੜਾ ਹੈ ਉਹ ਆਣ ਕੇ ਉਹਨਾਂ ਨੂੰ ਦੋਸ਼ੀ ਠਹਿਰਾਏਗਾ। ਕਿੱਥੇ ਲਿਖਿਆ ਹੈ? ਯਹੂਨਾ 12 ਦੀ 47 ਤੇ 48 ਇਹ ਪੜ੍ਹ ਦਿਓ। ਸੋ ਇਹ ਗਵਾਹ ਨੇ ਜਿਹੜੇ ਇਹਨਾਂ ਨੂੰ ਆਣ ਕੇ ਦੋਸ਼ੀ ਠਹਿਰਾਣਗੇ। ਠੀਕ ਹੈ, ਉਹ ਗੱਲ ਤੁਹਾਡੀ ਠੀਕ ਹੈ, ਉਹ ਆਲਰੇਡੀ ਪਾਪੀ ਹੈਗੇ ਨੇ, ਲੇਕਿਨ ਉਹਨਾਂ ਨੂੰ ਅਪੀਲ ਦੀ ਗੁੰਜਾਇਸ਼ ਨਹੀਂ ਹੋਣੀ। ਉਹ ਜੀ ਪਰਮੇਸ਼ਵਰ ਪ੍ਰਭੂ ਯਿਸੂ ਜੀ ਮਾਫ ਕਰ ਦਿਓ, ਅਪੀਲ ਦੀ ਇਹ ਫਾਈਨਲ ਅਦਾਲਤ ਹੈ, ਸੁਪਰੀਮ ਕੋਰਟ ਹੁੰਦੀ ਹੈ ਨਾ, ਉਹਦੇ ਤੋਂ ਬਾਅਦ ਉਸ ਤੋਂ ਉੱਤੇ ਫਿਰ ਰੱਬ ਦੀ। ਇਹ ਆਲਰੇਡੀ ਇਹਨਾਂ ਤੇ ਗੱਲ ਹੋ ਗਈ, ਲੇਕਿਨ ਉਹ ਇਹ ਨਾ ਕਹਿਣ ਜੀ ਕਦੋਂ ਕੀਤਾ, ਝੂਠਾ ਹੀ ਹੁੰਦਾ ਹੈ। ਸੋ ਇਹ ਹੁਣ ਗਵਾਹ ਜਦੋਂ ਪੇਸ਼ ਹੋ ਜਾਣਗੇ ਪ੍ਰਭੂ ਦਾ ਵਚਨ, ਉਹ ਕਹੇਗਾ ਭਾਈ ਜੀ ਤੈਨੂੰ ਤੇ ਫਲਾਣੇ ਨੇ ਫਲਾਣੀ ਜਗ੍ਹਾ ਮੈਨੂੰ ਸੁਣਾਇਆ ਗਿਆ ਸੀ, ਤੂੰ ਤੇਰੇ ਘਰ ਦੇ ਕੋਲ ਚਰਚ ਸੀ, ਤੈਨੂੰ ਤੇ ਸੁਣਾਇਆ ਗਿਆ, ਮੇਰਾ ਫਲਾਣਾ ਖਾਦਮ ਆਇਆ, ਤੂੰ ਸੁਣਿਆ ਹੀ ਨਹੀਂ। ਸੋ ਜਿਹੜੇ ਉਹਦੇ ਵਚਨ ਨੂੰ ਰਿਜੈਕਟ ਕਰ ਰਹੇ ਨੇ, ਇਹ ਪਹਿਲਾ ਗਵਾਹ ਉਹ ਆ ਜਾਣਾ। ਪੜ੍ਹ ਦਿਓ। ਹਾਂਜੀ ਜੀ। ਤੇ ਠੀਕ ਹੈ ਜੀ, ਇਹ ਕੀ ਹੈ? ਯਹੂਨਾ ਜੌਨ ਚੈਪਟਰ 12 ਵਰਸ 47 ਤੇ 48। ਹਾਂ 47 ਤੇ 48 ਵਿੱਚ ਲਿਖਿਆ ਹੈ, ਜੋ ਕੋਈ ਮੇਰੇ ਸ਼ਬਦ ਸੁਣਦਾ ਹੈ ਪਰ ਉਹਨਾਂ ਉੱਤੇ ਚੱਲਦਾ ਨਹੀਂ ਹੈ, ਮੈਂ ਉਸ ਨੂੰ ਦੋਸ਼ੀ ਠਹਿਰਾਉਂਦਾ, ਕਿਉਂਕਿ ਮੈਂ ਸੰਸਾਰ ਨੂੰ ਦੋਸ਼ੀ ਠਹਿਰਾਉਣ ਲਈ ਨਹੀਂ ਆਇਆ, ਸਗੋਂ ਉਸ ਨੂੰ ਬਚਾਉਣ ਲਈ ਆਇਆ ਹਾਂ। ਪ੍ਰਭੂ ਹਾਂਜੀ ਯਿਸੂ ਮਸੀਹ ਕਹਿ ਰਹੇ ਹਨ। ਅੱਗੇ ਕੀ ਹੈ? ਜੋ ਮੈਨੂੰ ਰੱਖਦਾ ਹੈ ਅਤੇ ਮੇਰੇ ਸ਼ਬਦ ਨੂੰ ਸਵੀਕਾਰ ਨਹੀਂ ਕਰਦਾ, ਜੋ ਮੈਨੂੰ ਰੱਦਦਾ ਹੈ ਜੋ ਮੈਨੂੰ ਰੱਦਦਾ ਹੈ ਅਤੇ ਮੇਰੇ ਸ਼ਬਦ ਨੂੰ ਸਵੀਕਾਰ ਨਹੀਂ ਕਰਦਾ, ਉਸ ਨੂੰ ਦੋਸ਼ੀ ਠਹਿਰਾਉਣ ਵਾਲਾ ਇੱਕ ਹੈ, ਜੋ ਸ਼ਬਦ ਮੈਂ ਕਿਹਾ ਹੈ, ਉਹ ਹੀ ਉਸ ਨੂੰ ਅੰਤਮ ਦਿਨ ਦੋਸ਼ੀ ਠਹਿਰਾਏਗਾ। ਹਾਲੇਲੂਇਆ। ਸੋ ਪ੍ਰਭੂ ਦਾ ਵਚਨ ਪਹਿਲਾ ਗਵਾਹ ਹੈ, ਉੱਥੇ ਮੌਜੂਦ ਹੋਏਗਾ। ਹਾਂਜੀ। ਦੂਸਰਾ ਪ੍ਰਭੂ ਯਿਸੂ ਨੇ ਕਿਹਾ ਹੈ ਕਿ ਨੈਨਵਾ ਇੱਕ ਸ਼ਹਿਰ ਸੀ, ਉਹਦੇ ਲੋਕ ਉਹ ਆ ਜਾਣਗੇ ਉੱਥੇ ਗਵਾਹ ਨੇ ਨਾ ਜੀ, ਉਹ ਆ ਜਾਣਗੇ ਤੇ ਉਹ ਕਹਿਣਗੇ, ਉਹ ਭੈੜਿਓ, ਓਏ ਅਸੀਂ ਤੇ ਯੂਨਾ ਨਬੀ ਨੇ ਸਾਨੂੰ ਇੱਕ ਵਾਰੀ ਕਿਹਾ ਸੀ ਤੇ ਅਸੀਂ ਤੇ ਸਾਡੇ ਪਸ਼ੂਆਂ ਨੇ, ਸਾਡੇ ਜਾਨਵਰਾਂ ਨੇ, ਬਾਦਸ਼ਾਹ ਤੋਂ ਸਾਰੇ ਥੱਲਿਆਂ ਨੇ ਟਾੜ ਟੋੜ ਕੇ ਤੇ ਤੌਬਾ ਕਰ ਲਈ ਸੀ। ਨੈਨਵਾ ਦੇ ਲੋਕ, ਉਹ ਤੁਹਾਡੇ ਕੋਲ ਤੇ ਬੜੀ ਸੀਗੀ ਚਾਂਸ ਸਨ, ਸਾਨੂੰ ਬਾਰ-ਬਾਰ ਤੁਹਾਨੂੰ ਵਚਨ ਸੁਣਾਇਆ ਜਾਂਦਾ ਸੀ। ਨੈਨਵਾ ਦੇ ਲੋਕ ਆ ਜਾਣਗੇ। ਚਲੋ ਅਸੀਂ ਨਹੀਂ ਕਹਿ ਰਹੇ, ਪ੍ਰਭੂ ਯਿਸੂ ਕਹਿ ਰਿਹਾ, ਮਤੀ 12 ਦੀ 41, ਮੈਥਿਊ ਚੈਪਟਰ 12 ਵਰਸ 41। ਇਹ ਗਵਾਹ ਜੀ, ਪਹਿਲਾ ਵਚਨ, ਦੂਜਾ ਨੈਨਵਾ। ਪੜ੍ਹ ਦਿਓ। ਆਪਾਂ ਜੀ ਪ੍ਰਕਾਸ਼ ਦੀ ਪੋਥੀ 20 ਦੀ ਆਪਾਂ 11 ਤੋਂ 15 ਵੀ ਪੜ੍ਹੀ ਨਹੀਂ ਹਾਲੇ ਹੈ। ਆਪਾਂ ਉਹ ਜਿਹੜੇ ਕਰ ਰਹੇ ਹਾਂ ਨਾ, ਪ੍ਰਕਾਸ਼ ਦੀ ਪੋਥੀ 20 ਦੀ 11 ਤੋਂ 15 ਹਾਲੇ ਆਪਾਂ ਪੜ੍ਹੀ ਨਹੀਂ ਹੈਗੀ, ਉਹ ਪਿੱਛੇ ਪੜ੍ਹ ਚੁੱਕੇ ਹਾਂ। ਓਕੇ, ਲੇਕਿਨ ਵੈਸੇ ਪੜ੍ਹ ਦਿਓ। ਇਹ ਬਹੁਤ ਅੱਛਾ ਹੈ, ਚਾਹੀਦਾ ਸੀ ਦੁਬਾਰਾ ਤਾਜ਼ਾ ਕਰ ਲੈਂਦੇ। ਹਾਂ ਜੀ, ਠੀਕ ਹੈ। ਤੇ ਹੁਣ ਆਪਾਂ ਮੱਤੀ ਪੜ੍ਹਦੇ ਜੀ। ਓਕੇ ਜੀ, ਓਕੇ। ਮੱਤੀ ਦਾ ਹੈ ਉਹਦੇ ਵਿੱਚ, ਹਾਲੇਲੂਇਆ, ਮੱਤੀ 12 ਦੇ ਵਿੱਚ ਲਿਖਿਆ ਹੈ। ਇਹ ਜਦੋਂ ਅਸੀਂ ਪੜ੍ਹੀ ਸੀ, ਜਦੋਂ ਚਿੱਟੇ ਤਖਤ ਦੀ ਅਦਾਲਤ ਸ਼ੁਰੂ ਹੋਣੀ ਸੀ ਨਾ, ਉਦੋਂ ਅਸੀਂ 11 ਤੋਂ 15 ਤੱਕ ਪੜ੍ਹ ਚੁੱਕੇ ਹਾਂ, ਲੇਕਿਨ ਬਹੁਤ ਅੱਛਾ। ਠੀਕ ਹੈ। ਅੱਛਾ, ਇਹ ਕਾਹਦੇ ਲਈ? ਨੈਨਵਾ ਦੇ ਲੋਕ ਦੂਜੇ ਗਵਾਹ ਪੇਸ਼ ਹੋ ਜਾਣਗੇ। ਦੇਖੋ ਜੀ। ਹਾਂਜੀ, ਆਪਣੇ ਪਰ ਇਹ ਹੋਣੇ ਹੀ ਹੋਣੇ ਜੀ। ਹਾਂਜੀ। ਹਾਲੇਲੂਇਆ। ਮੈਥਿਊ ਚੈਪਟਰ 12 ਵਰਸ 11। ਹਾਂਜੀ। ਮੈਂ ਗਲਤ ਕਰ ਲਿਆ ਸੀਗਾ ਜੀ, ਕੋਈ ਗੱਲ ਨਹੀਂ। ਹਾਲੇਲੂਇਆ। ਮੱਤੀ ਦੀ 12। ਹਾਂਜੀ, ਆ ਲਓ ਜੀ, ਮੱਤੀ ਦੀ 12 ਹੁਣ, ਔਰ ਉਹਦੀ 41 ਆਇਤ, ਮੱਤੀ 12 ਦੀ 41। ਹਾਂਜੀ, ਮੱਤੀ 12 ਦੀ 41 ਵਿੱਚ ਲਿਖਿਆ ਹੈ, ਹਾਂਜੀ, ਨਿਨਵੇ ਸ਼ਹਿਰ ਦੇ ਲੋਕੀ ਨਿਆਂ ਵਾਲੇ ਦਿਨ ਖੜੇ ਹੋਣਗੇ। ਯਿਸੂ ਕਹਿ ਰਿਹਾ, ਇਹ ਨਹੀਂ ਜੇ ਕੋਈ ਕਹਾਣੀ ਨਹੀਂ ਜੇ, ਕਹਿ ਰਿਹਾ ਉਹ ਖੜੇ ਹੋਣਗੇ ਚਿੱਟੀ ਤਖਤ ਦੀ ਅਦਾਲਤ ਵਿੱਚ। ਕੀ ਬਣ ਕੇ? ਗਵਾਹ। ਹਾਂਜੀ। ਅਤੇ ਇਸ ਪੀੜ੍ਹੀ ਦੇ ਲੋਕਾਂ ਨੂੰ ਦੋਸ਼ੀ ਸਿੱਧ ਕਰਨਗੇ, ਕਿਉਂਕਿ ਉਹਨਾਂ ਨੇ
ਯੋਨਾ ਨਬੀ ਦੇ ਸੰਦੇਸ਼ ਨੂੰ ਸੁਣ ਕੇ ਆਪਣੇ ਬੁਰੇ ਕੰਮਾਂ ਨੂੰ ਛੱਡ ਦਿੱਤਾ ਸੀ। ਪਰ ਦੇਖੋ ਇੱਥੇ ਯੋਨਾ ਨਬੀ ਤੋਂ ਵੀ ਵੱਡਾ ਇੱਕ ਆਦਮੀ ਹੈ। ਹਾਂਜੀ, ਸੁਣਦੇ ਨੇ। ਇਹਦਾ ਮਤਲਬ ਹੈ ਕਿ ਗਵਾਹੀ ਉਹੀ ਦਿੰਦਾ ਜਿਹਦਾ ਰਿਕਾਰਡ ਚੰਗਾ ਹੋਵੇ। ਹਾਂਜੀ। ਹੈ ਹਾਂ। ਹੈ ਉਹ ਗਵਾਹ ਦਾ ਕੀ ਮਤਲਬ ਹੈ? ਮੈਂ ਅੱਖਾਂ ਨਾਲ ਵੇਖਿਆ, ਮੈਂ ਸੱਚ ਕਹਿਣਾ। ਗਵਾਹ ਦਾ ਸੱਚਾ ਹੋਣਾ, ਝੂਠੇ ਗਵਾਹ ਵੀ ਹੁੰਦੇ ਨੇ ਨਾ। ਹਾਂਜੀ। ਉਹ ਫਿਰ ਅਗਲਿਆਂ ਨੂੰ ਫਾਈ ਲਵਾ ਦਿੰਦੇ ਨੇ, ਬਾਅਦ ਵਿੱਚ ਆਪ ਵੀ ਲੱਗ ਜਾਂਦੇ ਨੇ। ਅੱਛਾ ਜੀ, ਪਹਿਲੇ ਪ੍ਰਭੂ ਦਾ ਵਚਨ, ਦੂਜਾ ਨੈਨਵਾ ਦੇ ਲੋਕ ਆ ਜਾਣਗੇ, ਪੂਰੀ ਟੀਮ ਦੀ ਟੀਮ। ਉਹ ਕਹੇਗੀ ਉਹ ਭੈੜਿਓ, ਉਹ ਸਾਨੂੰ ਮੌਕਾ ਮਿਲਿਆ, ਯੂਨਾ ਨੇ ਇੱਕ ਵਾਰੀ ਤੌਬਾ ਦੀ ਮੁਨਾਦੀ ਕੀਤੀ, ਅਸਾਂ ਪਰਸ਼ਤਾਪ ਕਰ ਲਿਆ। ਤੀਜਾ ਕਹਿੰਦਾ ਹੈ ਕਿ ਦੱਖਣ ਦੀ ਮਲਕਾ ਕੰਦਾ, ਦੱਖਣ ਦੀ ਮਲਕਾ ਉਹ ਆ ਜਾਏਗੀ। ਕਾਹਦੇ ਲਈ? ਉਹ ਕਹੇਗੀ, ਉਹ ਗੱਲ ਸੁਣੋ, ਮੈਂ ਦੁਨੀਆ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਸੁਲੇਮਾਨ ਦੀ ਬੁੱਧੀ ਦੇ ਮੁਤਲਕ ਸਮਝਣ ਲਿਆਈ, ਕਿਉਂਕਿ ਪਰਮੇਸ਼ਵਰ ਦਾ ਭੈ, ਡਰ ਵਿਜ਼ਡਮ ਦਾ ਸ਼ੁਰੂ ਹੈ, ਹਿਕਮਤ ਦਾ ਸ਼ੁਰੂ ਹੈ, ਭੈ ਦਾ ਸ਼ੁਰੂ ਹੈ। ਸੋ ਉਹ ਕਹੇਗੀ, ਉਹ ਗਵਾਹ ਦੇ ਤੌਰ 'ਤੇ ਆ ਜਾਏਗੀ। ਲਿਖੋ ਜੀ ਮੱਤੀ 12 ਦੀ 42। ਸੋ ਪਹਿਲਾ ਪ੍ਰਭੂ ਦਾ ਵਚਨ, ਦੂਜਾ ਨੈਨਵਾ ਦੇ ਲੋਕ, ਤੀਜਾ ਇਹ ਮਲਕਾ। ਜੀ ਇਹ ਪੜ੍ਹ ਦਿਓ। ਅੱਜ ਤੁਹਾਨੂੰ ਹਵਾਲੇ ਪੜ੍ਹਾ ਰਹੇ ਹਾਂ। ਮੱਤੀ 12 ਦੀ 42 ਉਹਦੇ ਵਿੱਚ ਲਿਖਿਆ ਹੈ, ਨਿਆਂ ਵਾਲੇ ਦਿਨ ਦੱਖਣ ਦੀ ਮਹਾਰਾਣੀ ਖੜੀ ਹੋਵੇਗੀ ਅਤੇ ਉਹ ਇਸ ਪੀੜ੍ਹੀ ਦੇ ਲੋਕਾਂ ਨੂੰ ਦੋਸ਼ੀ ਸਿੱਧ ਕਰੇਗੀ। ਉਹ ਰਾਜਾ ਸੁਲੇਮਾਨ ਦੀਆਂ ਬੁੱਧੀ ਵਾਲੀਆਂ ਗੱਲਾਂ ਸੁਣਨ ਦੇ ਲਈ ਧਰਤੀ ਦੇ ਇੱਕ ਪਾਰ ਤੋਂ ਆਈ ਸੀ। ਦੇਖੋ ਇੱਥੇ ਸੁਲੇਮਾਨ ਤੋਂ ਵੀ ਵੱਡਾ ਇੱਕ ਆਦਮੀ ਹੈ। ਠੀਕ ਹੈ। ਸੋ ਇਹ ਤੀਸਰੀ ਯਿਸੂ ਕਹਿ ਰਿਹਾ ਆਏਗੀ ਹੋਗੀ। ਚੌਥੇ ਜਿਹੜੇ ਨੇ ਨਾ ਉਹ ਸਦੂਮ ਤੇ ਅਮੂਰਾ ਦੇ ਲੋਕ, ਉਹ ਵੀ ਆਣਗੇ, ਕਿਉਂਕਿ ਉਹ ਤੇ ਪਾਪੀ ਮਰ ਗਏ। ਸਿਰਫ ਇੱਕ ਲੂਤ ਤੇ ਬਾਕੀ ਉਹਦਾ ਖਾਨਦਾਨ ਬਚਿਆ ਸੀ। ਲੇਕਿਨ ਇੱਕ ਜਿਹੜੇ ਨੇ ਪਾਪੀ ਵੀ ਆ ਜਾਣਗੇ, ਉਹ ਇਸ ਲਈ ਗਵਾਹੀ ਦੇਣਗੇ, ਯਾਰ ਸਾਡੇ ਕੋਲ ਆਇਆ ਹੀ ਨਹੀਂ ਕੋਈ, ਸਾਡੇ ਤੇ ਅਗਰ ਇੰਨੀ ਮੁਨਾਦੀ ਹੁੰਦੀ ਨਾ ਤੇ ਸ਼ਾਇਦ ਅਸੀਂ, ਯਿਸੂ ਕਹਿ ਰਿਹਾ, ਇਹ ਕੁਫਰਨਹੂਮ ਇੱਕ ਜਗ੍ਹਾ ਸੀ ਜਿੱਥੇ ਯਿਸੂ ਨੇ ਬੜੇ ਮੌਜੇ ਕੀਤੇ। ਇੱਕ ਪਿੰਡ ਸੀ ਜਾਂ ਕਸਬਾ ਸੀ, ਟਾਊਨ ਸੀਗਾ, ਤੇ ਕਹਿ ਰਿਹਾ ਉਹ ਵੀ ਆ ਜਾਣਗੇ। ਉਹ ਪਾਪੀਆਂ ਨੂੰ ਕਹਿਣਗੇ, ਤੁਸੀਂ ਵੀ ਤੇ ਮਰੇ ਹੋ ਤੇ ਨਾਲ ਅਸੀਂ ਵੀ ਮਰੇ ਹਾਂ। ਪਰ ਅਸਲੀ ਗੱਲ ਦੇਖੋ ਜੀ, ਨੈਨਵਾ ਦੇ ਕੀ ਕਹਿੰਦੇ ਨੇ, ਸਦੂਮ ਤੇ ਅਮੂਰਾ ਦੇ। ਮਤੀ 11 ਦੀ 23, ਮੈਥਿਊ ਚੈਪਟਰ 11 ਵਰਸ 23। ਜੀ ਇਹ ਪੜ੍ਹ ਦਿਓ ਤੇ ਫਿਰ ਅੱਗੇ ਮੇਰੇ ਖਿਆਲ ਹੈ 20 ਚੈਪਟਰ ਦੀਆਂ ਥੋੜੀ ਸਟੱਡੀ ਉਹ ਅਗਲੀ 'ਚ ਕਰ ਲਾਂਗੇ। ਠੀਕ ਹੈ ਤੇ ਆਪਾਂ ਉਹ ਵੀ ਥੋੜਾ ਵੀ ਪੜ੍ਹ ਲਈ ਅੱਜ ਤਾਂ, ਹਨਾ। ਹਾਂਜੀ ਹਾਂ, ਤੇ ਅੱਗੇ ਆਪਾਂ ਪੜ੍ਹਦੇ ਹਾਂ ਜੀ ਮੱਤੀ 11 ਦੀ 23 ਦੇ ਵਿੱਚ ਲਿਖਿਆ ਹੈ ਜੀ, ਹੇ ਕਫਰਨਾਹੂਮ ਦੇ ਲੋਕੋ, ਕੀ ਤੁਸੀਂ ਸਵਰਗ ਤੱਕ ਉੱਚੇ ਕੀਤੇ ਜਾਓਗੇ? ਨਹੀਂ, ਤੁਸੀਂ ਪਤਾਲ ਵਿੱਚ ਸੁੱਟੇ ਜਾਓਗੇ, ਕਿਉਂਕਿ ਜੋ ਅਨੋਖਾ ਕੰਮ ਤੁਹਾਡੇ ਵਿੱਚ ਕੀਤੇ ਗਏ ਹਨ, ਜੇਕਰ ਇਹ ਹੀ ਸਦੂਮ ਨਗਰ ਵਿੱਚ ਕੀਤੇ ਜਾਂਦੇ ਤਾਂ ਉਹ ਅੱਜ ਤੱਕ ਕਾਇਮ ਰਹਿੰਦਾ। ਇਹ ਵੀ ਆ ਜਾਣਗੇ ਪਾਪੀ ਉੱਤੇ ਆਪਸੀ ਦੋਸ਼ ਨਾਲ। ਬਾਕੀ ਫਿਰ ਦੂਜੇ 'ਚ ਕੱਢੀ ਤਾਂ ਕਿ ਸਾਡੀ ਦੂਸਰੀ ਰਿਕਾਰਡਿੰਗ ਵੀ ਪੂਰੀ ਹੋ ਜਾਏ। ਬੜਾ ਥੋੜਾ ਜਿਹਾ ਰਹਿ ਗਿਆ। ਹਾਂ, ਆਪਾਂ ਥੋੜ੍ਹੀਆਂ ਹਾਇਤਾਂ ਪੜ੍ਹਦੇ ਜੀ। ਆਪਣੇ ਪ੍ਰਕਾਸ਼ ਦੀ ਪੁੱਥੀ 20 ਦੀ 11 ਤੋਂ 15 ਪੜ੍ਹਦੀ ਜੀ। ਬਿਲਕੁਲ ਇਹ ਜ਼ਰੂਰੀ ਹਾਂਜੀ, ਜਿਹੜੀ ਆਪਾਂ ਸਾਰੀ ਗੱਲ ਕਰ ਰਹੇ ਹਾਂ। ਉਹਦੇ ਉੱਪਰ ਜਿਹੜਾ ਹੈਡਿੰਗ ਹੈ, ਸੁਰਖੀ ਹੈ, ਉਹ 'ਚ ਲਿਖਿਆ ਹੈ ਅੰਤਮ ਨਿਆਂ। ਹਾਂ, ਚਿੱਟੇ ਤਖਤ। ਹਾਂਜੀ, ਇਹ 'ਚ ਅੱਗੇ ਫਿਰ ਲਿਖਿਆ ਹੈਗਾ, ਤਦ ਮੈਂ ਇੱਕ ਚਿੱਟੇ ਵੱਡੇ ਤਖਤ ਨੂੰ ਅਤੇ ਉਸ ਉੱਤੇ ਬੈਠੇ ਜਨ ਨੂੰ ਦੇਖਿਆ। ਧਰਤੀ ਅਤੇ ਆਕਾਸ਼ ਉਸ ਦੇ ਸਾਹਮਣੇ ਹਟ ਗਏ ਅਤੇ ਲੋਪ ਹੋ ਗਏ। ਉਹਨਾਂ ਦੇ ਲਈ ਪਿੱਛੇ ਕੋਈ ਥਾਂ ਬਾਕੀ ਨਾ ਬਚੀ। ਹਾਂਜੀ, ਤੇ ਫਿਰ ਮੈਂ ਸਭ ਮਰੇ ਹੋਏ ਅਰਥਾਤ ਛੋਟੇ ਤੇ ਵੱਡੇ ਉੱਥੇ ਖੜੇ ਦੇਖੇ ਅਤੇ ਉਹਨਾਂ ਲਈ ਪੋਥੀਆਂ ਖੋਲੀਆਂ ਗਈਆਂ। ਇਸ ਦੇ ਨਾਲ ਇੱਕ ਹੋਰ ਪੋਥੀ ਜੋ ਜੀਵਨ ਦੀ ਸੀ ਖੋਲੀ ਗਈ। ਤਦ ਸਭ ਮਰਿਆਂ ਹੋਇਆਂ ਦਾ ਨਿਆਂ
ਉਹਨਾਂ ਦੇ ਕੰਮਾਂ ਦੇ ਆਧਾਰ ਤੇ ਕੀਤਾ ਗਿਆ। ਇਸ ਦੇ ਲਈ ਸਮੁੰਦਰ ਨੇ ਆਪਣੇ ਵਿੱਚ ਮਰੇ ਹੋਇਆਂ ਨੂੰ ਅਤੇ ਮੌਤ ਦੇ ਨਰਕ ਕੁੰਡ ਦੇ ਆਪਣੇ ਵਿੱਚ ਰੱਖੇ ਗਏ ਮਾਰਿਆਂ ਹੋਇਆਂ ਨੂੰ ਵਾਪਸ ਮੋੜ ਦਿੱਤਾ। ਹਰ ਮਨੁੱਖ ਦਾ ਨਿਆਂ ਉਸ ਦੇ ਕੰਮਾਂ ਅਨੁਸਾਰ ਕੀਤਾ ਗਿਆ। ਤਦ ਮੌਤ ਅਤੇ ਨਰਕ ਕੁੰਡ ਨੂੰ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ। ਇਹ ਅੱਗ ਦੀ ਝੀਲ ਦੂਜੀ ਮੌਤ ਹੈ। ਹਾਲੇਲੂਇਆ। ਜਿਸ ਕਿਸੇ ਦਾ ਵੀ ਨਾਂ ਜੀਵਨ ਦੀ ਪੋਥੀ ਵਿੱਚ ਨਾ ਮਿਲਿਆ, ਉਸ ਨੂੰ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ ਸੀ। ਸੋ ਗੱਲ ਕੀ ਹੋ ਗਈ, ਅੱਗ ਦੀ ਝੀਲ ਜਿਹੜੀ ਹੈ ਉਹ ਦੂਜੀ ਮੌਤ। ਹਾਂਜੀ ਇਹ ਆ ਜਿਹਨੂੰ ਹੈਲ ਹਾਂਜੀ ਹਾਂਜੀ ਹੈ ਨਾ, ਇਹਦੇ ਨਾਲ ਪਿੱਛੇ। ਸੋ ਅਗਲੀ ਸਟੱਡੀ ਚੱਲਨੇ ਆ ਕਿ ਅੱਗੇ ਇਹ ਜਿਹੜੀ ਹੈ ਦੀ ਬੁੱਕ ਆਫ ਲਾਈਫ ਇੱਥੇ ਤੁਸੀਂ ਪੜ੍ਹੀ ਉਹਦੇ ਤੋਂ ਸ਼ੁਰੂ ਕਰਦੇ ਨੇ। ਹਾਲੇਲੂਇਆ। ਹਾਂਜੀ, ਆਪਾਂ ਇੱਥੇ ਫਿਨਿਸ਼ ਕਰਦੇ ਹਾਂ ਜੀ। ਹਾਲੇਲੂਇਆ। ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਆਪ ਦੇ ਵਚਨ ਦੇ ਲਈ। ਜੋ ਕੁਛ ਵੀ ਪੜ੍ਹਿਆ ਗਿਆ, ਜੋ ਕੁਛ ਵੀ ਸੁਣਿਆ ਗਿਆ, ਸਮਝਿਆ ਗਿਆ, ਆਪਨੇ ਵਚਨ ਦੁਆਰਾ ਸਾਡੇ ਨਾਲ ਗੱਲਬਾਤ ਕੀਤੀ ਪਵਿੱਤਰ ਆਤਮਾ ਦੁਆਰਾ, ਉਹ ਸਾਰਾ ਵਚਨ ਸਾਡੇ ਅੰਦਰ ਵਸ ਜਾਏ ਔਰ ਉਹ ਸਾਰਾ ਵਚਨ ਪਰਮੇਸ਼ਰ ਪਿਤਾ ਫਲ ਲਾਵੇ, ਬਹੁਤ ਸਾਰਾ ਫਲ ਲੈ ਕੇ ਆਵੇ ਆਪ ਦੇ ਰਾਜ ਦੇ ਲਈ ਪਰਮੇਸ਼ਰ ਪਿਤਾ। ਔਰ ਇਹ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਨਾਲ ਢੱਕਦੇ ਹਾਂ, ਸੀਲ ਕਰਦੇ ਹਾਂ, ਤਾਂ ਕਿ ਦੁਸ਼ਮਣ ਚੁਰਾ ਨਾ ਸਕੇ ਪਰਮੇਸ਼ਰ ਪਿਤਾ। ਔਰ ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ।